ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਨੋਰਮਲ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਇਹ ਸਟੇਜਾਂ, ਇਹ ਪੜਾਅ ਹੈ, ਇਹ ਅਵਸਥਾਵਾਂ ਹੈ ਜਿਹਦੇ ਵਿੱਚੋਂ ਤਕਰੀਬਨ ਹਰ ਬੰਦਾ ਗੁਜ਼ਰਦਾ ਹੈ। ਔਰ ਕਮਾਲ ਦੀ ਗੱਲ ਇਹ, ਸਤਿਗੁਰੂ ਕਹਿੰਦੇ ਵੀ ਇੰਨੀਆਂ ਸਟੇਜਾਂ ਵਿੱਚੋਂ ਗੁਜ਼ਰਨ ਤੋਂ ਬਾਅਦ ਵੇਖਿਓ ਅਖੀਰ ਤੇ ਜਾ ਕੇ ਸੁਣਿਓ ਕਿੱਡੀ ਕਮਾਲ ਦੀ ਗੱਲ ਕਰਦੇ ਐ। ਕਹਿੰਦੇ ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੀਬ। ਥੋੜਾ ਹੋਰ ਸੰਭਾਲੀ ਹੁਣ ਆਪਣੇ ਪਰਾਇਆਂ ਦੀ ਪਛਾਣ ਆਉਣ ਲੱਗ ਪਈ। ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ, ਇਹ ਮੇਰੀ ਭਰਜਾਈ ਹੈ। ਸਮਝ ਆਉਂਦੀ ਹੈ ਆ ਮੇਰਾ ਚਾਚਾ, ਆ ਮੇਰਾ ਤਾਇਆ। ਚੌਥਾ ਪਿਆਰ ਉਪੰਨੀ ਖੇਡ। ਫਿਰ ਖੇਡਣ ਵਾਲੀਆਂ ਚੀਜ਼ਾਂ ਵੱਲ ਧਿਆਨ ਹੋ ਜਾਂਦਾ, ਜਿੱਥੇ ਜਾਂਦਾ ਖਿਡੌਣਿਆਂ ਵੱਲ ਧਿਆਨ ਹੋ ਗਿਆ, ਬਸ ਹੁਣ ਆਹ ਚਾਹੀਦਾ ਉਹ ਚਾਹੀਦਾ। ਪੰਜਵੇਂ ਖਾਣ ਪੀਣ ਕੀ ਤਾਤ। ਅੱਗੇ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾ। ਜਦੋਂ ਜਵਾਨੀ ਦੀ ਤਹਿਲੀਕ ਤੇ ਬੰਦਾ ਪੈਰ ਧਰਨਾ ਸ਼ੁਰੂ ਕਰ ਦਿੰਦਾ ਹੈ, ਛੇਵੇਂ ਕਾਮ ਨਾ ਪੁੱਛਿਆ ਜਾ। ਹੁਣ ਤੁਸੀਂ ਵੇਖਿਓ ਵੀ ਇਹਨਾਂ ਹਾਲਾਤਾਂ ਵਿੱਚੋਂ ਤਕਰੀਬਨ ਹਰ ਬੰਦਾ ਲੰਘਦਾ ਹੈ। ਮਾਂ ਦੇ ਦੁੱਧ ਨਾਲ ਵੀ ਪਿਆਰ ਪੈਂਦਾ, ਆਪਣੇ ਤੇ ਪਰਾਏ ਦੀ ਵੀ ਪਛਾਣ ਹੁੰਦੀ ਹੈ, ਖੇਡਣ ਵਾਲੀਆਂ ਚੀਜ਼ਾਂ ਵੱਲ ਵੀ ਰੁਚੀ ਵੱਧਦੀ ਹੈ। ਪੁਰਾਣੇ ਸਮਿਆਂ ਦੀਆਂ ਖੇਡਾਂ ਹੋਰ ਸੀ, ਅੱਜ ਦੀਆਂ ਖੇਡਾਂ ਹੋਰ ਹੈ, ਪਰ ਰੁਚੀ ਤੇ ਖੇਡਾਂ ਨਾਲ ਵੱਧਦੀ ਹੈ ਉੱਧਰ। ਫਿਰ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਰੁਚੀ ਵੱਧਦੀ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ, ਕੁਦਰਤ ਨੇ ਇੱਕੋ ਜਿਹਾ ਪੈਦਾ ਕੀਤਾ, ਪਰ ਪ੍ਰੋਬਲਮ ਪਤਾ ਕੀ ਆਈ? ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਇਸ ਪੌੜੀ ਤੇ ਜੋ ਨਰ ਚੁੱਕੇ। ਆ ਕਹਿੰਦੇ ਮਨੁੱਖਾ ਸਰੀਰ ਮਿਲਿਆ, ਇਸ ਮਨੁੱਖਾ ਸਰੀਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਆਪਣੇ ਮਕਸਦ ਨੂੰ ਭੁੱਲ ਗਿਆ, ਜਿਹੜਾ ਆਪਣੇ ਫਰਜ਼ ਨੂੰ ਭੁੱਲ ਗਿਆ, ਫਿਰ ਆਏ, ਫਿਰ ਬੰਦਾ ਆਉਂਦਾ ਜਾਂਦਾ, ਭਾਵ ਆਉਣਾ ਜਾਣਾ, ਭਾਵ ਉਹਦੀ ਜ਼ਿੰਦਗੀ ਵਿੱਚ ਭਟਕਣਾ ਲੱਗੀ ਰਹਿੰਦੀ। ਜੰਮਣ ਮਰਨ ਦਾ ਭਾਵ ਇਹ ਹੈ, ਉਹ ਸੁਰਤ ਕਰਕੇ ਕਦੇ ਕੁੱਤੇ ਦੀ ਜੂਨ ਵਿੱਚ ਪੈਂਦਾ, ਕਦੇ ਗਧੇ ਦੀ ਜੂਨ ਵਿੱਚ ਪੈਂਦਾ, ਕਦੇ ਸੱਪ ਦੀ ਜੂਨ ਵਿੱਚ ਪੈਂਦਾ, ਭਾਵ ਭਟਕਦਾ ਫਿਰਦਾ ਉਹ ਬੰਦਾ। ਜਦੋਂ ਅਸੀਂ ਬਾਹਰ ਆਏ, ਇੱਥੇ ਆ ਕੇ ਜੋ ਅਸੀਂ ਗਲਤ ਕੀਤਾ ਉਹਦੇ ਪਿੱਛੇ ਸਾਡੀ ਆਪਣੀ ਜ਼ਿੰਮੇਵਾਰੀ ਹੈ ਵੀ ਜੋ ਗਲਤ ਹੋਇਆ ਉਹ ਸਾਡੇ ਕਰਕੇ ਹੋਇਆ, ਕਿਉਂਕਿ ਕੁਦਰਤ ਨੇ ਸਭ ਨੂੰ ਇੱਕੋ ਜਿਹਾ ਪਾਲਿਆ। ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਹੀ ਹੈ। ਅੱਗੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਛੇਵੇਂ ਕਾਮ ਨਾ ਪੁੱਛਿਆ ਜਾਤ, ਸਤਵੇਂ ਸੰਜ ਕੀ ਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਫਿਰ ਕਹਿੰਦੇ ਅੱਠਵੀਂ ਅਵਸਥਾ ਉਹ ਆਉਂਦੀ ਹੈ ਵੀ ਜਿਹਦੇ ਵਿੱਚ ਕਹਿੰਦੇ ਬੰਦੇ ਦਾ ਸੁਭਾਅ ਚਿੜਚਿੜਾ ਜਿਹਾ ਹੋ ਜਾਂਦਾ ਹੈ, ਗੱਲ ਤੇ ਗੁੱਸਾ ਆਉਣ ਲੱਗ ਪੈਂਦਾ ਹੈ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਵੀ ਆਹ ਜਿਹੜੀ ਪੰਕਤੀ ਆਈ ਹੈ ਨਾ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਿੱਦਾਂ ਮੈਂ ਇਹਨੂੰ ਸਮਝਦਾ ਮੈਂ ਉਦਾਂ ਦੱਸਣ ਲੱਗਾ। ਹੋ ਸਕਦਾ ਪ੍ਰੋਫੈਸਰ ਸਾਹਿਬ ਸਿੰਘ ਨੇ ਹੋਰ ਤਰ੍ਹਾਂ ਸਮਝਿਆ ਹੋਵੇ, ਗਿਆਨੀ ਹਰਬੰਸ ਸਿੰਘ ਨੇ ਹੋਰ ਤਰ੍ਹਾਂ ਸਮਝਿਆ ਹੋਵੇ, ਪਰ ਜਿੱਦਾਂ ਮੈਨੂੰ ਸਮਝ ਆਈ, ਵੇਖੋ ਸੁਣੋ ਧਿਆਨ ਨਾਲ। ਛੇਵੇਂ ਕਾਮ ਨਾ ਪੁੱਛਿਆ ਜਾਤ। ਜਦੋਂ ਭਾਵੇਂ ਉਹ ਲੜਕੀ ਹੈ ਭਾਵੇਂ ਉਹ ਲੜਕਾ, ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਾ, ਆਪਾਂ ਇਦਾਂ ਕਹਿ ਲਈਏ ਵੀ ਅੱਜ ਦੇ ਸਮੇਂ ਵਿੱਚ 16 ਸਾਲ ਦੀ ਏਜ, 16, 17, 18 ਸਾਲ ਦੀ ਏਜ। ਹੁਣ ਮਾਂ ਪਿਓ ਜਿਹੜੇ ਹੈ ਨਾ, ਆਪਣੇ ਬੱਚੇ ਨੂੰ ਖੁੱਲ੍ਹ ਦਿੰਦੇ ਹੈ। 17 ਸਾਲ ਤੋਂ ਲੈ ਕੇ ਆਪਾਂ ਨੋਰਮਲ ਗੱਲ ਕਰ ਲਈਏ ਵੀ ਨੋਰਮਲ ਵਿਆਹ ਕਰਨ ਦੀ ਜਿਹੜੀ ਬੰਦੇ ਦੀ ਏਜ ਹੈ ਉਹ 23, 24, 25, 26, 27 ਨੋਰਮਲ ਏਜ। ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਹੈ, ਕੋਈ ਆਪਣੀ ਮਰਜ਼ੀ ਹੋ ਸਕਦੀ, ਗੱਲ ਵੱਖਰੀ ਹੈ, ਸਮਝਿਓ ਧਿਆਨ ਨਾਲ। ਹੁਣ 16 ਸਾਲ ਤੋਂ ਲੈ ਕੇ 26 ਸਾਲ ਤੱਕ ਬਣਦੇ ਆ 10 ਸਾਲ। 8, 9, 10 ਸਾਲ ਮਾਂ ਪਿਓ ਆਪਣੇ ਬੱਚੇ ਨੂੰ ਖੁੱਲ੍ਹ ਦਿੰਦੇ ਆ।
ਔਰ ਦੇਣੀ ਵੀ ਚਾਹੀਦੀ ਹੈ। ਜੇ ਅਸੀਂ ਚਾਹੁੰਦੇ ਹਾਂ ਨਾ ਵੀ ਸਾਡੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣ, ਤੇ ਇਹਦੇ ਲਈ ਸਾਨੂੰ ਸਾਡੇ ਬੱਚਿਆਂ ਨੂੰ ਆਜ਼ਾਦੀ ਦੇਣੀ ਪੈਣੀ ਹੈ, ਖੁੱਲ੍ਹ ਦੇਣੀ ਪੈਣੀ ਹੈ। ਤੇ ਜੇ ਅਸੀਂ ਉਹਨੂੰ ਕੈਦ ਰੱਖਾਂਗੇ, ਤੁਸੀਂ ਵੇਖੋ ਨਾ, ਜਿਹੜਾ ਪੰਛੀ ਬਚਪਨ ਤੋਂ ਹੀ ਪਿੰਜਰੇ ਦੇ ਵਿੱਚ ਕੈਦ ਹੈ ਉਹ ਉੱਡ ਨਹੀਂ ਸਕਦਾ, ਉੱਡਣ ਦੀ ਜਾਚ ਭੁੱਲ ਜਾਂਦਾ। ਤੇ ਜਿਹੜੇ ਪੰਛੀ ਬਚਪਨ ਤੋਂ ਹੀ ਮਾਂ ਪਿਓ ਨੇ ਆਲ੍ਹਣਿਆਂ ਦੇ ਵਿੱਚ ਆਂਡੇ ਦਿੱਤੇ, ਆਂਡਿਆਂ ਤੋਂ ਬੱਚੇ ਬਾਹਰ ਆ ਕੇ, ਹੁਣ ਜਿਵੇਂ ਜਿਵੇਂ ਸਮਾਂ ਉਹ ਟਾਈਮ ਪੀਰੀਅਡ ਲੰਘਿਆ ਤੇ ਮਾਂ ਪਿਓ ਕਹਿੰਦੇ ਹੁਣ ਚੋਗਾ ਆਪਣਾ ਚੋਗਾ ਆਪ ਚੋਗਾ, ਆਪ ਮਾਰ ਉਡਾਰੀ ਹੋਣੀ। ਤੇ ਇਦਾਂ ਹੀ ਪਿਆਰਿਓ, ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ, ਖੁੱਲ੍ਹ ਦੇਣੀ ਚਾਹੀਦੀ ਹੈ। ਹੁਣ ਮਾਂ ਪਿਓ ਦਿੰਦੇ ਆ ਜੀ ਖੁੱਲ੍ਹ, 7 ਸਾਲ ਦੀ ਖੁੱਲ੍ਹ ਦੇ ਦਿੰਦੇ ਆ, 8 ਸਾਲ ਦੀ ਖੁੱਲ੍ਹ ਦੇ ਦਿੰਦੇ ਆ, 9 ਸਾਲ ਦੀ ਖੁੱਲ੍ਹ ਦੇ ਦਿੰਦੇ ਆ। ਇਹ ਜਿਹੜੀ ਖੁੱਲ੍ਹ ਮਿਲਦੀ ਹੈ ਨਾ, ਇਹ ਮਿਲਦੀ ਹੈ ਜ਼ਿੰਦਗੀ ਦੇ ਵਿੱਚ ਕੁਛ ਬਣਨ ਵਾਸਤੇ। ਜੀਵਨ ਦੇ ਵਿੱਚ ਕੋਈ ਬੰਦੇ ਦਾ ਕੋਈ ਲਕਸ਼ ਹੈ, ਕੋਈ ਏਮ ਹੈ ਵੀ ਮੈਂ ਆਹ ਬਣਨਾ ਚਾਹੁੰਦਾ, ਵੀ ਤੂੰ ਆਹ 10 ਸਾਲਾਂ ਵਿੱਚ ਆਪਣੀ ਮਿਹਨਤ ਕਰ ਲੈ। ਹੁਣ ਜਿਹੜੇ ਤੇ ਹੁੰਦੇ ਆ ਸਮਝਦਾਰ, ਜਿਹੜੇ ਲਾਇਕ ਬੱਚੇ ਆ, ਲਾਇਕ ਔਲਾਦ ਕਹਿ ਸਕਦੇ ਆ, ਉਹ ਇਸ ਸਮੇਂ ਦੀ ਸੰਭਾਲ ਕਰਦੇ ਆ, ਇਸ ਸਮੇਂ ਦੀ ਵਰਤੋਂ ਸਹੀ ਕਰਦੇ ਆ, ਮਿਹਨਤ ਕਰਦੇ ਆ, ਜ਼ਿੰਦਗੀ ਵਿੱਚ ਕੁਝ ਬਣ ਜਾਂਦੇ ਆ। ਜਦੋਂ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ, ਫਿਰ ਜਦੋਂ ਉਹ ਘਰ-ਬਾਰ ਵਾਲੇ ਬਣਦੇ ਆ, ਬੱਚਿਆਂ ਵਾਲੇ ਬਣਦੇ ਆ, ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਕਿਉਂਕਿ ਉਹ ਆਪਣਾ ਖਰਚਾ ਚੁੱਕਣ ਦੇ ਆਪ ਜ਼ਿੰਮੇਵਾਰ ਬਣ ਜਾਂਦੀ ਹੈ। ਤੇ ਜਿਹੜੇ ਬੱਚੇ ਨਲਾਇਕ ਹੁੰਦੇ ਆ, ਨਲਾਇਕ ਔਲਾਦ ਜਿਹੜੀ ਹੈ, ਮਾਂ ਪਿਓ ਫੀਸਾਂ ਭਰਦੇ ਹੈ, ਖਰਚਾ ਦਿੰਦੇ ਹੈ, ਪੈਸਾ ਦਿੰਦੇ ਹੈ, ਕੋਈ ਗੱਲ ਨਹੀਂ ਪੀਜੀ ਵਿੱਚ ਰਹਿ ਲਓ, ਘਰ ਦੂਰ ਹੈ, ਕੋਈ ਨਹੀਂ ਪੀਜੀ ਵਿੱਚ ਰਹਿ ਲਓ, ਘਰ ਦੂਰ ਹੈ, ਕੋਈ ਗੱਲ ਨਹੀਂ ਹੋਸਟਲ ਵਿੱਚ ਰਹਿ ਲਓ, ਪਰ ਜੋ ਤੁਹਾਨੂੰ ਕਰਨ ਵਾਸਤੇ ਭੇਜੋ ਕਰੋ। ਜਿਹੜੇ ਹੁੰਦੇ ਨਲਾਇਕ, ਉਹ ਮਾਂ ਪਿਓ ਦੀ ਇਸ ਖੁੱਲ੍ਹ ਦਾ ਨਜਾਇਜ਼ ਫਾਇਦਾ ਉਠਾ ਕੇ ਗਲਤ ਰਾਹ ਤੇ ਪੈ ਜਾਂਦੇ ਹੈ। ਜਿਹੜਾ ਉਹ ਸਮਾਂ ਮਿਲਦਾ ਉਹਦੇ ਵਿੱਚ ਕੁਛ ਬਣ ਨਹੀਂ ਪਾਉਂਦੇ। ਫਿਰ ਸਮਾਂ ਲੰਘਦਾ ਜਾਂਦਾ, ਕਹਿੰਦੇ ਹੁਣ ਨਲਾਇਕੀਆਂ ਕਰਦਾ ਫਿਰਦਾ, ਕਲਾਮੇ ਆਉਂਦੇ ਘਰ ਵਿੱਚ, ਕਹਿੰਦੇ ਹੁਣ ਇਹਦਾ ਵਿਆਹ ਕਰ ਦਿਓ ਬਸ। ਫਿਰ ਜਦੋਂ ਵਿਆਹ ਹੋ ਜਾਂਦਾ, ਫਿਰ ਗਾਂ ਸਾਲ ਬਾਅਦ 2 ਸਾਲਾਂ ਬਾਅਦ ਬੱਚੇ ਹੋ ਜਾਂਦੇ ਆ। ਹੌਲੀ ਹੌਲੀ ਉਹਨਾਂ ਦਾ ਸਕੂਲ ਵਿੱਚ ਜਾਣ ਦਾ ਟਾਈਮ ਆ ਜਾਂਦਾ। ਹੁਣ ਜਿਹੜਾ ਤੇ ਬੰਦਾ ਕੁਛ ਬਣ ਗਿਆ, ਜਿਹੜਾ ਤੇ ਆਪਣੇ ਪੈਰਾਂ ਤੇ ਖੜਾ ਹੋ ਗਿਆ, ਉਹ ਤੇ ਆਪਣੇ ਪਰਿਵਾਰ ਦਾ ਖਰਚਾ ਜਿਹੜਾ ਬੜਾ ਸੌਖਾ ਚੁੱਕ ਲੈਂਦਾ। ਤੇ ਜਿਹਨੇ ਨਕਾਮਪੁਣੇ ਦੇ ਵਿੱਚ ਆਪਣਾ ਸਮਾਂ ਖਰਾਬ ਕਰ ਦਿੱਤਾ, ਸਮਾਂ ਮਿਲਿਆ, ਮੌਕਾ ਮਿਲਿਆ, ਪਰ ਮੌਕੇ ਦੀ ਸੰਭਾਲ ਨਹੀਂ ਕੀਤੀ, ਵੇਲੇ ਦੀ ਸੰਭਾਲ ਨਹੀਂ ਕੀਤੀ, ਨਕਾਮਪੁਣੇ ਦੇ ਵਿੱਚ ਉਹ ਸਮਾਂ ਬਰਬਾਦ ਕਰ ਦਿੱਤਾ। ਹੁਣ ਜਦੋਂ ਜ਼ਿੰਮੇਵਾਰੀਆਂ ਮੋਢੇ ਤੇ ਪੈ ਗਈਆਂ, ਪਤੀ ਦੀ ਜ਼ਿੰਮੇਵਾਰੀ ਪੈ ਗਈ, ਫਿਰ ਪਿਤਾ ਦੀ ਪੈ ਗਈ ਸਮਾਂ ਪਾ ਕੇ। ਹੁਣ ਉਹ ਜ਼ਿੰਮੇਵਾਰੀਆਂ ਚੁੱਕਣ ਵਾਸਤੇ ਪੱਲੇ ਕੁਛ ਹੈ ਨਹੀਂ। ਫਿਰ ਮੈਂ ਇਹਨੂੰ ਇਦਾਂ ਮੰਨਦਾ, 8ਵੇਂ ਕ੍ਰੋਧ ਹੋਆ ਤਨ ਨਾਸ। ਹੁਣ ਖਿਝ ਚੜ੍ਹਦੀ ਹੈ, ਘਰ ਦੀ ਕਹਿੰਦੀ ਹੈ ਮੇਰੇ ਭਰਾ ਦਾ ਵਿਆਹ ਦਿਓ, ਖਰਚਾ ਚਾਹੀਦੇ ਮੈਨੂੰ ਪੈਸੇ, ਤੇ ਪੈਰਾਂ ਤੇ ਖੜਾ ਨਹੀਂ ਹੋਇਆ ਹੁੰਦਾ, ਫਿਰ ਕੀ ਕਰੇ ਬੰਦਾ। ਬੱਚਿਆਂ ਦੇ ਸਕੂਲ ਵਿੱਚੋਂ ਫੋਨ ਆਉਂਦੇ ਆ ਵੀ ਫੀਸ ਭਰੋ, 3 ਮਹੀਨੇ ਹੋ ਗਏ ਫੀਸ ਨਹੀਂ ਭਰੀ। ਫਿਰ ਬੰਦਾ ਅੰਦਰੋਂ ਅੰਦਰ ਹੀ ਸੜਦਾ ਰਹਿੰਦਾ, ਕੱਢਦਾ ਰਹਿੰਦਾ, ਔਖਾ ਹੁੰਦਾ ਰਹਿੰਦਾ ਵੀ ਹੁਣ ਕੀ ਕਰਾਂ, ਹੁਣ ਕੀ ਕਰਾਂ। ਖੱਬਾ ਸੱਜਾ ਕਰਦਾ, 1 ਮਹੀਨਾ ਟਪਾ ਲੈਂਦਾ, 2 ਮਹੀਨੇ ਟਪਾ ਲੈਂਦਾ, ਕਈ ਇੱਦਾਂ ਦੇ ਫਿਰ ਮੁੜ ਕੇ ਅੱਗੇ ਫਾਹ ਹੀ ਲੈ ਲੈਂਦੇ ਵੀ ਛੱਡ ਪਰੇ ਹੁਣ। ਮੈਂ ਇਹਨੂੰ ਇੱਦਾਂ ਸਮਝਦਾ, 8ਵੇਂ ਕ੍ਰੋਧ ਹੋਆ ਤਨ ਨਾਸ। ਸਾਰਿਆਂ ਦਾ ਤਨ ਨਾਸ ਨਹੀਂ ਹੁੰਦਾ, ਚਿੜਚਿੜੇ ਸੁਭਾਅ ਵਾਲੇ ਸਾਰੇ ਨਹੀਂ ਹੁੰਦੇ। ਜਿਹੜੇ ਆਪਣੇ ਜ਼ਿੰਮੇਵਾਰੀਆਂ ਸੋਹਣੇ ਤਰੀਕੇ ਨਾਲ ਨਿਭਾ ਲੈਂਦੇ ਆ, ਉਹ ਤੇ ਹਸੂ ਹਸੂ ਕਰਦੇ ਫਿਰਦੇ ਹੁੰਦੇ ਆ, ਕੋਈ ਪਰਵਾਹ ਹੀ ਨਹੀਂ ਹੁੰਦੀ ਉਹਨਾਂ ਨੂੰ। ਜ਼ਿੰਦਗੀ ਦੇ ਵਿੱਚ ਜਿਹੜਾ ਵੀ ਅਹੁਦਾ ਮਿਲਿਆ, ਪੁੱਤ ਦਾ ਮਿਲਿਆ ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ, ਧੀ ਦਾ ਮਿਲ ਗਿਆ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ। ਫਿਰ ਸਮਾਂ ਪਾ ਕੇ ਪਤੀ ਦਾ ਮਿਲ ਗਿਆ, ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ ਅਹੁਦਾ। ਬੀਬੀ ਨੂੰ ਪਤਨੀ ਦਾ ਅਹੁਦਾ ਮਿਲ ਗਿਆ, ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਇਆ। ਫਿਰ ਭਾਈ ਨੂੰ ਪਿਤਾ ਦਾ ਅਹੁਦਾ ਮਿਲ ਗਿਆ, ਉਹਨੂੰ ਬੜੇ ਸੋਹਣੇ ਤਰੀਕੇ ਨਾਲ ਨਿਭਾਉਂਦਾ ਹੈ। ਤੇ ਬੀਬੀ ਨੂੰ ਮਾਂ ਦਾ ਅਹੁਦਾ ਮਿਲ ਗਿਆ,
ਉਹ ਬੜੇ ਸੋਹਣੇ ਤਰੀਕੇ ਨਾਲ ਨਿਭਾਉਂਦੀ ਹੈ। ਤੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਦੀ ਪਛਾਣ ਕਰ ਲੈਂਦੇ ਹੈ, ਆਪਣੇ ਫਰਜ਼ ਸਮਝ ਲੈਂਦੇ ਹੈ ਔਰ ਸੋਹਣੇ ਤਰੀਕੇ ਨਾਲ ਨਿਭਾਉਂਦੇ ਹੈ, ਉਹ ਕਦੇ ਚਿੜਚਿੜੇ ਸੁਭਾਅ ਵਾਲੇ ਨਹੀਂ ਬਣਦੇ, ਉਹ ਔਖੇ ਨਹੀਂ ਹੁੰਦੇ। ਪਰ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਐ, ਇੱਕ ਉਦੋਂ ਮਾਂ ਪਿਓ ਨੇ ਇੱਕ ਫਰਜ਼ ਨਿਭਾਉਣ ਵਾਸਤੇ ਕਿਹਾ ਸੀ, ਬੱਚਿਓ ਆ 5 ਸਾਲ ਦਾ 7 ਸਾਲ ਦਾ 10 ਸਾਲ ਦਾ ਸਮਾਂ ਦਿੱਤਾ ਤੁਹਾਨੂੰ, ਕੁਛ ਬਣ ਕੇ ਵਿਖਾ ਦਿਓ, ਆਪਣੇ ਪੈਰਾਂ ਤੇ ਖੜੇ ਹੋ ਜਾਓ, ਅਸੀਂ ਕਿੰਨਾ ਕੁ ਚਿਰ ਤੁਹਾਨੂੰ ਸਾਂਭੀ ਜਾਵਾਂਗੇ, ਇੱਕ ਵੇਲਾ ਇਹ ਆਉਣਾ ਤੁਹਾਨੂੰ ਸਾਨੂੰ ਸਾਂਭਣਾ ਪੈਣਾ। ਏਦਾਂ ਵੀ ਕਈ ਬਜ਼ੁਰਗ ਕਹਿ ਦਿੰਦੇ ਆ। ਪਰ ਜਿਹੜੇ ਉਸ ਵੇਲੇ ਦੀ ਸੰਭਾਲ ਨਹੀਂ ਕਰਦੇ, ਬਸ ਫਿਰ 8ਵੇਂ ਕ੍ਰੋਧ ਹੋਆ ਤੰਦ ਨਾਸ। ਅੱਗੇ ਕਹਿੰਦੇ ਐ 9ਵੇਂ ਧੌਲੇ ਉੱਪੇ ਸਾ, 10ਵੇਂ ਦੱਦਾ ਹੋਆ ਸਵਾ। ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾ, ਆਇਆ ਗਿਆ ਮੋਇਆ ਨਾਉ। ਕਹਿੰਦੇ ਮਨੁੱਖ ਆ ਰੂਪ, ਬੰਦਾ ਆ ਰੂਪ ਲੈ ਕੇ, ਜਿਵੇਂ ਆਪਾਂ ਕੱਲ ਭਾਈ ਸਾਹਿਬ ਤੋਂ ਸੁਣ ਰਹੇ ਸੀ ਨਾ ਵੀ ਰੂਪ ਬਦਲਦਾ, ਹੋਂਦ ਤੇ ਉਹੀ ਹੁੰਦੀ ਹੈ, ਸ਼ੇਪ ਬਦਲਦੀ ਹੈ, ਸ਼ੇਪ ਖਤਮ ਹੁੰਦੀ ਹੈ, ਆ ਰੂਪ ਖਤਮ ਹੋ ਜਾਂਦਾ ਹੈ, ਆਇਆ ਗਿਆ ਮੋਇਆ ਨਾਉ।